ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ 18 ਅਪ੍ਰੈਲ ਮੰਗਲਵਾਰ ਨੂੰ ਕੈਨੇਡਾ ਦੇ ਕਿਹੜੇ-ਕਿਹੜੇ ਮੁੱਦੇ ਨੇ, ਕਿਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਹੋ ਰਹੀ ਹੈ, ਸੁਰਖੀਆਂ ਕਿਹੜੀਆਂ ਨੇ, ਅਖਬਾਰਾਂ ਕੀ ਕਹਿ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਅੱਜ ਮਾਰਚ ਦੀ ਰਿਪੋਰਟ ਆਈ ਹੈ ਤੇ ਮਹਿੰਗਾਈ ਦੇ ਬਾਰੇ ਇਹਦੇ ਬਾਰੇ ਗੱਲਬਾਤ ਕਰਾਂਗੇ। ਮਹਿੰਗਾਈ ਕਿੰਨੀ ਕੁ ਘਟੀ ਆ। ਦੂਜੀ ਗੱਲਬਾਤ ਇਹ ਆ ਕਿ ਸਰਕਾਰ ਨੇ ਜਿਹੜੀ ਵਿੱਤੀ ਸਹਾਇਤਾ ਦੇਣੀ ਸੀ ਲੋਕਾਂ ਨੂੰ, ਡੈਂਟਲ ਬੈਨੀਫਿਟ ਤੇ ਦੂਜੇ, ਉਹ ਸਾਰਿਆਂ ਨੂੰ ਨਹੀਂ ਮਿਲੀ। ਕੀ ਕਾਰਨ ਸੀਗੇ? ਤੀਜੀ ਗੱਲਬਾਤ ਐਲਨ ਮਸਕ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਬਿਆਨ ਦਿੱਤਾ, ਬਹੁਤ ਚਰਚਾ ਦੇ ਵਿੱਚ ਆ। ਤੇ ਚੌਥੀ ਗੱਲਬਾਤ CRA ਦੇ ਨਾਂ ਦੇ ਉੱਤੇ ਕੁਝ ਘਪਲੇ ਹੋ ਰਹੇ, ਉਹਨਾਂ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਭ ਤੋਂ ਪਹਿਲੀ ਗੱਲਬਾਤ ਮਹਿੰਗਾਈ ਬਾਰੇ। ਮਹਿੰਗਾਈ ਬਹੁਤ ਵੱਡਾ ਵਿਸ਼ਾ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਬਣੀ ਰਹੀ ਹੈ। ਹਰ ਸਾਲ ਜਿਹੜੀ ਹਰ ਮਹੀਨੇ ਦੀ ਰਿਪੋਰਟ ਆਉਂਦੀ ਹੈ ਤੇ ਉਹ ਦੱਸਦੀ ਹੈ ਕਿ ਇੱਕ ਕਰਕੇ ਹੌਲੀ ਹੌਲੀ ਮਹਿੰਗਾਈ ਥੱਲੇ ਨੂੰ ਆ ਰਹੀ ਹੈ। ਮਾਰਚ ਦੀ ਰਿਪੋਰਟ ਆਈ ਹੈ, ਉਹਦੇ 'ਚ ਦੱਸਿਆ ਗਿਆ ਕਿ 4.3% ਦੇ ਉੱਤੇ ਜਿਹੜੀ ਰਿਪੋਰਟ ਆ ਉਹ ਆ ਗਈ ਹੈ। ਤੇ ਜਿਹੜੇ ਇਹਦੇ ਨਾਲ ਹੀ ਕਿਉਂਕਿ એનર્ਜੀ ਤੇ ਪ੍ਰਾਈਸਿਸ ਕਾਫੀ ਘਟੇ ਆ, ਉਹ ਸਾਰੇ ਕੁਛ ਦਾ ਇਹਦੇ ਉੱਤੇ ਅਸਰ ਪਿਆ ਆ। ਸਟੈਟਿਸਟਿਕਸ ਕੈਨੇਡਾ ਨੇ ਇਹ ਅੱਜ ਰਿਪੋਰਟ ਦਿੱਤੀ ਆ। ਇਨਫਲੇਸ਼ਨ 5.2 ਸੀਗੀ ਫਰਵਰੀ ਦੇ ਵਿੱਚ ਤੇ ਹੁਣ 4.3 ਹੋ ਗਈ ਆ ਮਾਰਚ ਦੇ ਵਿੱਚ। ਮਾਰਚ ਦੀ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਥੱਲੇ ਆ ਗਈ ਹੈ। ਕਾਫੀ ਹੱਦ ਤੱਕ ਲੋਕਾਂ ਨੂੰ ਰਾਹਤ ਮਿਲੂਗੀ ਔਰ ਕੁਦਰਤੀ ਤੌਰ 'ਤੇ ਇਹਦਾ ਸੰਬੰਧ ਸਿੱਧਾ ਇੰਟਰਸਟ ਰੇਟ ਦੇ ਨਾਲ ਆ। ਇੰਟਰਸਟ ਰੇਟ ਇਸ ਕਰਕੇ ਵੱਧ ਰਹੇ ਸੀ ਵੀ ਮਹਿੰਗਾਈ ਨੂੰ ਕਿਸੇ ਤਰ੍ਹਾਂ ਥੱਲੇ ਲੈ ਕੇ ਆਉਣਾ, ਤੇ ਉਹ ਹੁਣ ਕਾਫੀ ਤੇਜ਼ੀ ਦੇ ਨਾਲ ਥੱਲੇ ਆ ਰਹੀ ਹੈ ਜੇਕਰ ਦੇਖਿਆ ਜਾਵੇ ਤਾਂ। ਪਰ ਦੂਜੀ ਗੱਲਬਾਤ ਇਹ ਆ ਵੀ ਇਹ ਥੱਲੇ ਨੂੰ ਆ ਰਹੀ ਆ, ਮਹਿਸੂਸ ਨਹੀਂ ਹੋ ਰਹੀ। ਮਹਿੰਗਾਈ ਘਟ ਗਈ ਆ, ਆਮ ਬੰਦੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਮਹਿੰਗਾਈ ਘਟੀ ਕਿੱਥੇ ਆ। ਜਦੋਂ ਗਰੋਸਰੀ ਸਟੋਰ ਦੇ ਉੱਤੇ ਜਾਂਦੇ ਆ ਲੈਣ, ਤੇ ਉਹ ਜਿਹੜੀ ਕਾਰਟ ਆ ਉਹਦੀ ਦੱਸ ਦਿੰਦੀ ਆ ਵੀ ਇਹ ਹਜੇ ਮਹਿੰਗਾਈ ਥੱਲੇ ਨਹੀਂ ਆਈ। ਲੋਕ ਸੋਚ ਕੇ ਚੀਜ਼ਾਂ ਵਿੱਚ ਰੱਖਦੇ ਆ ਤੇ ਜਿਵੇਂ ਰੱਖੀਆਂ ਨੂੰ ਫਿਰ ਕੱਢਣ ਵੀ ਲੱਗ ਪੈਂਦੇ। ਪਰ ਇਹ ਵੀ ਸੱਚ ਆ ਕਿ ਲਗਾਤਾਰ ਮਹਿੰਗਾਈ ਥੱਲੇ ਆ ਰਹੀ। ਹੁਣ ਰੌਲਾ ਇਹ ਆ ਵੀ ਕੁਛ ਚੀਜ਼ਾਂ ਦੇ ਵਿੱਚ ਥੱਲੇ ਆ ਰਹੀ ਆ, ਕੁਛ ਚੀਜ਼ਾਂ ਦੇ ਵਿੱਚ ਥੱਲੇ ਨਹੀਂ ਆ ਰਹੀ। ਸਲੋ ਡਾਊਨ ਹੁਣ ਕਿਉਂਕਿ ਗਲੋਬਲ ਪ੍ਰਾਈਸ ਪ੍ਰੈਸ਼ਰ ਜਿਹੜਾ ਹੌਲੀ ਹੌਲੀ ਹਾਈ ਇੰਟਰਸਟ ਰੇਟ ਦੇ ਨਾਲ ਉਹਦੇ ਉੱਤੇ ਇਕੋਨਮੀ ਦੇ ਉੱਤੇ ਅਸਰ ਪੈਣਾ ਸ਼ੁਰੂ ਹੋਇਆ, ਤੇ ਕੁਦਰਤੀ ਤੌਰ ਦੇ ਉੱਤੇ ਇਹ ਥੱਲੇ ਆਉਣਾ ਹੀ ਸੀ। ਇਹ ਜਿਹੜੀ ਕਿ ਆ ਰਹੀ ਆ ਔਰ ਕੁਛ ਰਿਲੀਫ ਲੋਕਾਂ ਨੂੰ ਮਿਲ ਰਿਹਾ ਆ। ਪਰ ਇਹ ਰਿਲੀਫ ਸਾਰਿਆਂ ਨੂੰ ਨਹੀਂ ਮਿਲ ਰਿਹਾ, ਕਿਉਂਕਿ ਹੁਣ ਜਿਨ੍ਹਾਂ ਦੀ ਮੌਰਗੇਜ ਰਿਨਿਊ ਹੋਣੀ ਆ, ਜਿਹੜੇ ਘਰਾਂ ਦੇ ਮਾਲਕ ਨੇ, ਉਹ ਮੌਰਗੇਜ ਬਹੁਤ ਹਾਈ ਇੰਟਰਸਟ ਰੇਟ ਦੇ ਉੱਤੇ ਰਿਨਿਊ ਹੋਣੀ ਹੈ। ਮੌਰਗੇਜ ਇੰਟਰਸਟ ਕਾਸਟ ਲਗਾਤਾਰ ਵੱਧ ਰਹੀ ਆ। ਪਿਛਲੇ ਮਹੀਨੇ ਦੇ ਮੁਕਾਬਲੇ 26.4% ਇੱਕ ਸਾਲ ਦੇ ਹਿਸਾਬ ਦੇ ਨਾਲ ਉੱਤੇ ਚਲੇ ਗਈ ਦੱਸੀ ਜਾ ਰਹੀ ਆ ਇੱਕ ਸਾਲ ਪਹਿਲਾਂ ਤੋਂ। ਗਰੋਸਰੀ ਪ੍ਰਾਈਸਿਸ ਹਜੇ ਵੀ ਜ਼ਿਆਦਾ ਨੇ। ਮਹਿੰਗਾਈ ਘਟ ਰਹੀ ਆ ਪਰ ਗਰੋਸਰੀ ਦੀਆਂ ਕੀਮਤਾਂ ਥੱਲੇ ਨਹੀਂ ਆ ਰਹੀਆਂ। ਗਰੋਸਰੀ ਪ੍ਰਾਈਸਿਸ 9.7% ਸਾਲ ਦਰ ਸਾਲ ਉੱਤੇ ਸੀ ਮਾਰਚ ਦੇ ਵਿੱਚ, ਜਿਹੜੇ ਕਿ ਪਹਿਲਾਂ 10.6% ਸੀ। ਹੁਣ ਮਹਿੰਗਾਈ 4.2% ਆ, ਪਰ ਜਿਹੜੀਆਂ ਗਰੋਸਰੀ ਪ੍ਰਾਈਸਿਸ ਨੇ ਉਹ 9.7% ਨੇ। ਇਸੇ ਕਰਕੇ ਲੋਕਾਂ ਨੂੰ ਫਰਕ ਨਹੀਂ ਪਤਾ ਲੱਗ ਰਿਹਾ ਵੀ ਮਹਿੰਗਾਈ ਘਟੀ ਹੈ ਤੇ ਕਿੱਥੇ ਘਟੀ ਹੈ। ਫੈਬਰਵਰੀ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਜਿਹੜਾ ਦੱਸਿਆ ਸੀਗਾ ਕਿ ਜਿਹੜੇ ਵੈਜੀਟੇਬਲਸ ਤੇ ਫਰੂਟਸ ਦੇ ਪ੍ਰਾਈਸਿਸ ਆ ਉਹ ਘੱਟ ਜਾਣਗੇ। ਬੈਂਕ ਆਫ ਕੈਨੇਡਾ ਨੇ ਜਿਹੜੀ ਕੋਰ ਇਨਫਲੇਸ਼ਨ ਆ ਇਹਨੂੰ ਠੀਕ ਠਾਕ ਕਰਨ ਦੇ ਲਈ ਜਿਹੜਾ ਆਪਣੇ ਯਤਨ ਕੀਤੇ ਸੀਗੇ। ਕੈਨੇਡਾ ਦੇ ਵਿੱਚ ਲੱਗਦਾ ਹੈ ਕਿ ਇਹ ਹੁਣ ਘਟਣੀ ਜਿਹੜੀ ਆਹ ਜਾਰੀ ਰਹੂਗੀ। ਮਹਿੰਗਾਈ ਜਿਸ ਤਰੀਕੇ ਦੇ ਨਾਲ ਥੱਲੇ ਆ ਰਹੀ ਹੈ, ਸੈਂਟਰਲ ਬੈਂਕ ਨੇ ਇਹ ਵੀ ਸਿਗਨਲ ਦਿੱਤਾ ਸੀਗਾ ਵੀ ਇੰਟਰਸਟ ਰੇਟ ਜਿਹੜੇ ਆ ਹੁਣ ਇਹਨਾਂ ਨੂੰ ਲੰਬਾ ਸਮਾਂ ਇੱਥੇ ਰਹਿਣਗੇ, ਪਰ ਹੋਰ ਵਧਣੇ ਨਹੀਂ, ਕਿਉਂਕਿ ਪਿਛਲੀ ਵਾਰੀ ਵੀ ਇਹ ਵਧੇ ਨਹੀਂ ਸੀ। ਜਿਹੜਾ ਲੇਟੈਸਟ ਫੋਰਕਾਸਟ ਦੱਸਿਆ ਜਾ ਰਿਹਾ ਬੈਂਕ ਆਫ ਕੈਨੇਡਾ ਦਾ, ਉਹ ਮੰਨ ਰਹੇ ਆ ਕਿ ਇਹ 2% ਦੇ ਉੱਤੇ 2024 ਦੇ ਆਖਰ ਤੱਕ ਆ ਜਾਊਗੀ। ਸੋ ਜਿਹੜੀ 10 ਪੁਆਇੰਟ ਤੱਕ ਪਹੁੰਚ ਚੁੱਕੀ ਸੀ ਮਹਿੰਗਾਈ, ਉਹ ਘਟਦੀ 4.2 ਤੱਕ ਆ ਗਈ ਆ। ਹੁਣ ਅਗਲੇ ਸਾਲ ਦੇ ਅੰਤ ਤੱਕ ਇਹ 2 ਦੇ ਨੇੜੇ ਤੇੜੇ 2% ਦੇ ਨੇੜੇ ਤੇੜੇ ਆਊਗੀ। 2% ਸਹੀ ਮੰਨਿਆ ਜਾਂਦਾ ਵੀ ਇੱਥੇ ਇੱਕ ਜਿਹੜੀ ਦੇਸ਼ ਦੀ ਇਕੋਨਮੀ ਆ ਉਹ ਸਹੀ ਚੱਲਦੀ ਆ, ਲੋਕ ਵੀ ਆਪਣੇ ਆਪ ਨੂੰ ਸੌਖਾ ਮਹਿਸੂਸ ਕਰਦੇ ਆ। ਸੋ 2024 ਦੇ ਆਖਰ ਤੱਕ ਮਹਿੰਗਾਈ ਜਿਹੜੀ ਅਸਲ ਦੇ ਵਿੱਚ ਠੀਕ ਠਾਕ ਹੋਊਗੀ। ਹੁਣ ਦੂਜਾ ਰੌਲਾ ਇਹ ਆ ਵੀ ਤੁਸੀਂ ਕੈਨੇਡਾ ਦੇ ਕਿਹੜੇ ਹਿੱਸੇ 'ਚ ਰਹਿੰਦੇ, ਇਹਦੇ ਨਾਲ ਵੀ ਫਰਕ ਪੈਂਦਾ। ਜੇ ਤਾਂ ਤੁਸੀਂ ਨਿਊਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਰਹਿੰਦੇ ਆ, ਤੇ ਇੱਥੇ 3.4% ਆ ਇਨਫਲੇਸ਼ਨ। ਪਿਛਲੇ ਮਹੀਨੇ 5.4 ਸੀ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 3.9% ਆ, ਪਿਛਲੇ ਮਹੀਨੇ 6.7% ਸੀ। ਹੁਣ ਇਹ ਵੀ ਨਿਰਭਰ ਕਰਦਾ ਕਿ ਤੁਸੀਂ ਕਿੱਥੇ ਰਹਿ ਰਹੇ ਹੋ ਤੇ ਤੁਹਾਡੇ ਉੱਤੇ ਕਿੰਨਾ ਅਸਰ ਪਿਆ ਇਹਦਾ। ਨੋਵਾ ਸਕੋਸ਼ੀਆ ਦੇ ਵਿੱਚ 4.6 ਆ, ਪਹਿਲਾਂ 6.5 ਸੀ ਇਹ ਫਰਵਰੀ ਦੇ ਵਿੱਚ। ਨਿਊ ਬਰੰਸਵਿਕ ਦੇ ਵਿੱਚ 4.2 ਆ, ਜਿਹੜੀ ਕਿ 5.9 ਸੀ। ਕੁਬੈਕ ਦੇ ਵਿੱਚ 4.7% ਆ, ਜਿਹੜੀ ਕਿ ਪਿਛਲੇ ਮਹੀਨੇ 5.6% ਸੀ। ਅੰਟੈਰੀਓ ਦੇ ਵਿੱਚ 4.3% ਆ, ਜਿਹੜੀ ਕਿ ਫਰਵਰੀ ਦੇ ਵਿੱਚ 5.1 ਸੀਗੀ। ਮੈਨੀਟੋਬਾ 'ਚ 5.2 ਆ, ਜਿਹੜੀ ਕਿ 6.4 ਸੀ ਪਹਿਲਾਂ। ਸਸਕਾਚਵੈਨ ਦੇ ਵਿੱਚ 4.9 ਆ, ਪਹਿਲਾਂ 5.7 ਸੀ। ਅਲਬਰਟਾ 'ਚ 3.3 ਆ, ਪਹਿਲਾਂ 3.6 ਸੀ।
ਬ੍ਰਿਟਿਸ਼ ਕੋਲੰਬੀਆ ਦੇ ਵਿੱਚ 4.7 ਆ, ਜਿਹੜੀ ਕਿ ਪਹਿਲਾਂ 6.2 ਦੱਸੀ ਜਾ ਰਹੀ ਆ। ਹੁਣ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਨਿਊਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਸਿਰਫ 3.4% ਆ ਮਹਿੰਗਾਈ, ਬਹੁਤ ਘੱਟ ਆ। ਜਾਂ ਅਲਬਰਟਾ 'ਚ ਉਹਦੇ ਤੋਂ ਵੀ ਥੱਲੇ ਆ, 3.3% ਆ। ਤੇ ਜੇ ਤੁਸੀਂ ਇੱਥੇ ਆਪਣੇ ਦੇਖਦੇ ਆ ਜਿਹੜੀ ਨੋਵਾ ਸਕੋਸ਼ੀਆ ਦੇ ਵਿੱਚ, ਉੱਥੇ 4.6% ਆ। ਤੇ ਜੇ ਤੁਸੀਂ ਮੈਨੀਟੋਬਾ 'ਚ ਦੇਖਦੇ ਉੱਥੇ 5.2%। ਸੋ ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਪ੍ਰੋਵਿੰਸ ਦੇ ਉੱਤੇ ਰਹੇ, ਉਹਦੇ ਉੱਤੇ ਵੀ ਵੱਖਰਾ ਵੱਖਰਾ ਇਹਦਾ ਅਸਰ ਪੈ ਰਿਹਾ ਹੈ। ਔਰ ਵੱਡੇ ਵੱਡੇ ਸ਼ਹਿਰਾਂ ਦੀ ਵੀ ਇਹਨਾਂ ਨੇ ਰੇਂਜ ਦਿੱਤੀ ਹੈ ਇਸ ਏਜੰਸੀ ਨੇ। ਸੇਂਟ ਜੌਨਸ ਜਿਹੜਾ ਆ 3.6% ਉੱਥੇ ਮਹਿੰਗਾਈ, ਹੈਲੀਫੈਕਸ 4.7 ਆ, ਫਿਰ ਕੁਬੈਕ ਸਿਟੀ ਦੇ ਵਿੱਚ 5.1 ਆ, ਮੌਂਟਰੀਅਲ 'ਚ 5.4 ਆ, ਓਟਵਾ 'ਚ 4.8, ਟੋਰਾਂਟੋ 'ਚ 4.5 ਆ, ਵਿਨੀਪੈਗ 'ਚ 5.4 ਆ, ਇਸੇ ਤਰ੍ਹਾਂ ਹੀ ਜਿਹੜੀ ਰਜਾਈਨਾ ਦੇ ਵਿੱਚ 4.9, ਸਸਕਾਟੂਨ ਦੇ ਵਿੱਚ 5.3 ਆ, ਐਡਮਿੰਟਨ 'ਚ ਸਭ ਤੋਂ ਥੱਲੇ ਆ 2.6, ਮਤਲਬ ਮਹਿੰਗਾਈ ਹੈ ਹੀ ਨਹੀਂ ਉੱਥੇ। ਕੈਲਗਰੀ 'ਚ 3.2, ਵੈਨਕੂਵਰ 'ਚ 4.8 ਆ। ਹੁਣ ਇਹ ਦੁੱਗਣੀ ਆ ਐਡਮਿੰਟਨ ਦੇ ਨਾਲੋਂ। ਇਸੇ ਤਰ੍ਹਾਂ BC 'ਚ ਵਿਕਟੋਰੀਆ 'ਚ 5.1 ਆ, ਵਾਈਟ ਹਾਰਸ 'ਚ 5.5 ਆ। ਹਰ ਇੱਕ ਥਾਂ ਦੇ ਉੱਤੇ ਵੱਖਰਾ ਵੱਖਰਾ ਅੰਕੜਾ ਆ। ਔਰ ਇਹ ਜਿਹੜਾ ਸਾਡੇ ਕੋਲ ਵੱਖਰੇ ਵੱਖਰੇ ਅੰਕੜੇ ਦੱਸ ਰਹੇ ਆ ਕਿ ਮਹਿੰਗਾਈ ਇਸ ਵੇਲੇ ਕਿਹੜੇ ਪ੍ਰੋਵਿੰਸ ਦੇ ਵਿੱਚ ਕਿੰਨੀ ਆ, ਅਤੇ ਪਿਛਲੇ ਮਹੀਨੇ ਉਹ ਕਿੰਨੀ ਸੀ, ਇਸ ਮਹੀਨੇ ਕਿੱਥੇ ਤੱਕ ਥੱਲੇ ਜਿਹੜੀ ਇਹ ਮਹਿੰਗਾਈ ਆਈ ਹੈ। ਇਨਫਲੇਸ਼ਨ ਘਟ ਰਹੀ ਹੈ, ਡਾਟਾ ਦੱਸ ਰਿਹਾ ਸਟੈਟਿਸਟਿਕਸ ਕੈਨੇਡਾ ਦਾ। ਔਰ ਦੂਜੇ ਪਾਸੇ ਜਿਹੜੀਆਂ ਫੂਡ ਪ੍ਰਾਈਸਿਸ ਨੇ ਉੱਤੇ ਜਾ ਰਹੇ ਆ। ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਅੱਜ ਰਿਲੀਜ਼ ਕੀਤਾ ਗਿਆ, ਇਹ ਤਾਂ ਦੱਸਦਾ ਹੈ ਕਿ 4.3% ਜਾਂ 4.2% ਦੇ ਉੱਤੇ ਇਸ ਵੇਲੇ ਹੈਗੀ ਆ। ਪਰ ਇਨਫਲੇਸ਼ਨ ਜਿਹੜੀ ਆ ਫੂਡ ਪ੍ਰਾਈਸਿਸ ਦੀ, ਉਹ ਉੱਤੇ ਜਾ ਰਹੀ ਹੈ। ਗਰੋਸਰੀ ਸਟੋਰਾਂ ਦੇ ਉੱਤੇ ਲਗਾਤਾਰ ਉੱਪਰ ਵੱਲ ਨੂੰ ਪ੍ਰਾਈਸਿਸ ਜਾ ਰਹੇ ਆ। ਜਿੱਦਾਂ ਜਿਹੜਾ ਆਟਾ ਆ, ਫਰੂਟ ਨੇ, ਜੂਸਿਸ ਨੇ, ਇਸੇ ਤਰ੍ਹਾਂ ਹੀ ਐਪਲਸ ਨੇ, ਇਹ ਮਾਰਚ ਦੇ ਵਿੱਚ ਵੀ ਬਹੁਤ ਜ਼ਿਆਦਾ ਉੱਤੇ ਰਹੇ ਇਹਨਾਂ ਦੀਆਂ ਕੀਮਤਾਂ। ਟੋਮੈਟੋ ਆ, ਲੈਟਸ ਆ, ਇਹਨਾਂ ਦੀਆਂ ਕੀਮਤਾਂ ਫਰਵਰੀ ਦੇ ਮੁਕਾਬਲੇ ਮਾਰਚ ਦੇ ਵਿੱਚ ਥੱਲੇ ਆਈਆਂ। ਸੋ ਇਹ ਸਾਰਾ ਕੁਝ ਡਿਪੈਂਡ ਕਰ ਰਿਹਾ ਕਿ ਕਿਹੜੀ ਚੀਜ਼ ਦੀ ਕੀਮਤ ਵਧੀ ਆ ਅਤੇ ਕਿਹੜੀ ਚੀਜ਼ ਦੀ ਕੀਮਤ ਜਿਹੜੀ ਆ ਉਹ ਘਟੀ ਆ। ਇਹਦੇ ਉੱਤੇ ਵੀ ਉਹਨਾਂ ਨੇ ਡਿਟੇਲ ਦੇ ਵਿੱਚ ਇਹਨੂੰ ਬ੍ਰੇਕਡਾਊਨ ਕਰਕੇ ਦੱਸਿਆ। ਜਿਹੜੀ ਐਡੀਬਲ ਫੈਟ ਜਾਂ ਆਇਲ ਆ, ਕੁਕਿੰਗ ਆਇਲ ਆ, 19.3% ਮਾਰਚ 2023 ਦੇ ਵਿੱਚ ਇਹ ਜਿਹੜੇ ਮਹਿੰਗੇ ਦੱਸੇ ਗਏ ਆ। ਸੋ ਇੰਨਾ ਜ਼ਿਆਦਾ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਫਰਵਰੀ ਅਤੇ ਮਾਰਚ ਦੇ ਵਿੱਚ ਜਿਹੜੇ ਐਡੀਬਲ ਫੈਟਸ ਅਤੇ ਆਇਲ ਆ, ਇਹਨਾਂ ਦੀਆਂ ਕੀਮਤਾਂ ਵੀ 1.1% ਵੱਧ ਗਈ। ਜਿਹੜੇ ਐਪਲਸ ਨੇ, ਇਹਨਾਂ ਦੀਆਂ ਕੀਮਤਾਂ ਲਗਾਤਾਰ ਉੱਤੇ ਨੂੰ ਜਾ ਰਹੀਆਂ, 3% ਵਧੀਆਂ ਫਰਵਰੀ ਤੋਂ ਲੈ ਕੇ ਮਾਰਚ ਦੇ ਵਿੱਚ, ਅਤੇ 15.8% ਸਾਲ ਦਰ ਸਾਲ ਵਧੀ ਹੈ ਇਹ। ਜਿਹੜੀ ਭਾਵੇਂ ਮਹੀਨਾ ਦਰ ਮਹੀਨਾ 3.2% ਦੇ ਉੱਤੇ ਫਲੋਰ ਜਾਂ ਫਲੋਰ ਮਿਕਸਸ ਜਿਹੜੇ ਆਏ ਆ, ਪਰ ਫਿਰ ਵੀ ਇਹ ਇਹਨੂੰ ਈਅਰ ਓਵਰ ਈਅਰ ਦੇਖਦੇ ਤੇ ਵੀ 14.4% ਦੇ ਉੱਤੇ ਆ। ਪਾਸਤਾ ਪ੍ਰੋਡਕਟਸ ਜਿਹੜੇ ਨੇ, ਫਲੋਰ, ਐਗਜ਼, ਇਹ ਸਾਰਾ ਕੁਛ ਹੀ ਜ਼ਿਆਦਾ ਰਿਹਾ, 14.2% ਦੇ ਉੱਤੇ। ਅਤੇ ਫਰਵਰੀ ਅਤੇ ਮਾਰਚ ਦੇ ਵਿੱਚ ਇਹ 1% ਜਿਹੜੇ ਆ ਜ਼ਿਆਦਾ ਹੋਏ ਆ। ਜਿਹੜੇ ਕਰੈਕਰਸ ਨੇ, ਕੁਕੀਜ਼ ਨੇ, ਇਹ ਮਾਰਚ ਦੇ ਵਿੱਚ ਜ਼ਿਆਦਾ ਮਹਿੰਗੇ ਸੀ, 12.2% ਈਅਰ ਓਵਰ ਈਅਰ, ਅਤੇ 2.3% ਵਾਧਾ ਹੋਇਆ ਫਰਵਰੀ ਤੋਂ ਮਾਰਚ ਦੇ ਵਿੱਚ। ਜਿਹੜੇ ਬ੍ਰੈਡ ਨੇ, ਰੋਲਸ ਨੇ, ਬੰਨਸ ਨੇ, 1.8% ਇਹਦੇ ਵਿੱਚ ਵਾਧਾ ਹੋਇਆ, 13.5% ਜਿਹੜਾ ਈਅਰ ਓਵਰ ਈਅਰ। ਸੀਰੀਅਲਸ ਜਿਹੜੇ ਨੇ, ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ। ਸੋ ਓਵਰਆਲ ਮਹਿੰਗਾਈ ਦੇ ਵਿੱਚ ਭਾਵੇਂ ਕਮੀ ਆ ਰਹੀ ਆ, ਪਰ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਹਜੇ ਵੀ ਉਸੇ ਤਰ੍ਹਾਂ ਉੱਪਰ ਨੂੰ ਜਾ ਰਹੀਆਂ। ਔਰ 19% ਦੇ ਉੱਤੇ ਜੇਕਰ ਪਿਛਲੇ ਸਾਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉੱਥੇ ਆਈਆਂ। ਕੁਝ ਚੀਜ਼ਾਂ ਦੀਆਂ ਕੀਮਤਾਂ ਘਟੀਆਂ ਵੀ ਆ, ਜਿਵੇਂ ਲੈਟਸ ਆ 6.8% ਦੇ ਉੱਤੇ ਜਿਹੜੀ ਇਹ ਥੱਲੇ ਆ ਗਈ ਆ, ਅਤੇ 8% ਦੇ ਉੱਤੇ ਈਅਰ ਓਵਰ ਈਅਰ ਦੱਸਿਆ ਜਾ ਰਿਹਾ। ਪਰ ਬਹੁਤੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਕੀਮਤਾਂ ਆ, ਉਹਨਾਂ ਦੇ ਵਿੱਚ ਵਾਧਾ ਹੋ ਰਿਹਾ। ਅਗਲੀ ਗੱਲ ਦੋਸਤੋ, ਜਿਹੜੀ ਓਟਵਾ ਨੇ ਕਈ ਹੰਡਰਡਸ ਆਫ ਥਾਊਜ਼ੈਂਡਸ ਜਿਹੜੇ ਕੈਨੇਡੀਅਨਸ ਨੇ, ਉਹਨਾਂ ਨੂੰ ਜਿਹੜੀ ਮਦਦ ਦੇਣੀ ਸੀ, ਉਹਨਾਂ ਨੂੰ ਮਿਲ ਨਹੀਂ ਸਕੀ। ਜਦੋਂ ਕਿ ਇਸ ਵੇਲੇ ਹਰ ਇੱਕ ਚੀਜ਼ ਦੀਆਂ ਕੀਮਤਾਂ ਵੱਧ ਰਹੀਆਂ ਆ, ਤਾਂ ਸਰਕਾਰ ਨੇ, ਜਿਹੜੀ ਸਾਡੀ ਫੈਡਰਲ ਸਰਕਾਰ ਆ, ਉਹਨੇ ਇਹਨੂੰ ਦੇਖ ਕੇ ਹਾਊਸਿੰਗ ਅਤੇ ਡੈਂਟਲ ਬੈਨੀਫਿਟ ਦੇ ਲਈ ਕਿਹਾ ਸੀ ਕਿ ਅਸੀਂ ਆਹ ਬੈਨੀਫਿਟ ਤੁਹਾਨੂੰ ਦੇਣੇ ਆ। ਪਰ ਉਹ ਬਹੁਤ ਹੀ ਜਿੱਥੇ ਤੱਕ ਪਹੁੰਚਣੇ ਚਾਹੀਦੇ ਸੀ, ਉਹ ਪਹੁੰਚੇ ਹੀ ਨਹੀਂ। ਡੇਵਿਡ ਮੈਕਡੋਨਲਡ ਇੱਕ ਸੀਨੀਅਰ ਇਕੋਨੋਮਿਸਟ ਨੇ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵਸ ਦੇ, ਉਹਨਾਂ ਨੇ ਇਹ ਸਾਰੇ ਡਾਟੇ ਕੱਢ ਕੇ ਦੱਸੇ ਆ
ਵੀ ਜਿਹੜੀ ਐਨਡੀਪੀ ਤਾਂ ਲਿਬਰਲ ਸਰਕਾਰ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਸੀ, ਜਿਹਦੇ 'ਚ ਐਨਡੀਪੀ ਨੇ ਜ਼ੋਰ ਪਾ ਕੇ ਸਰਕਾਰ ਨੂੰ ਕਿਹਾ ਸੀ ਕਿ ਸਾਡੀਆਂ ਆਹ ਗੱਲਾਂ ਮੰਨੋ ਤਾਂ ਤੁਹਾਨੂੰ ਅਸੀਂ ਸਪੋਰਟ ਕਰਾਂਗੇ, ਜਾਂ ਇੱਦਾਂ ਕਹਿ ਲਓ ਕਿ ਡੈਂਟਲ ਬੈਨੀਫਿਟ ਜਾਂ ਦੂਜੇ ਬੈਨੀਫਿਟ ਲੋਕਾਂ ਨੂੰ ਦੇਣ ਦੀ ਗੱਲਬਾਤ ਕੀਤੀ ਸੀ ਉਹਨਾਂ ਨੇ, ਸਰਕਾਰ ਨੇ ਦੇ ਦਿੱਤੇ ਪਰ ਲੋਕਾਂ ਤੱਕ ਪਹੁੰਚੇ ਹੀ ਨਹੀਂ। ਇਹਦਾ ਕੀ ਕਾਰਨ ਸੀ? ਹੁਣ ਮਤਲਬ ਲੋਕਾਂ ਨੇ ਅਪਲਾਈ ਨਹੀਂ ਕੀਤਾ ਉਹਦੇ ਲਈ, ਜਿਹੜੇ ਬਹੁਤੇ ਸੀਗੇ ਐਕਚੁਅਲੀ। ਹੁਣ ਜਿੰਨਾ ਸਰਕਾਰ ਨੂੰ ਉਹਨਾਂ ਨੇ ਸਪੈਂਡ ਕਰਨ ਨੂੰ ਕਿਹਾ ਸੀ ਉਹ ਤਾਂ ਸਪੈਂਡ ਹੋਇਆ ਹੀ ਨਹੀਂ। ਜਦੋਂ ਤੁਸੀਂ ਫੈਡਰਲ ਸਰਕਾਰ ਦਾ ਇੱਕ ਐਸਟੀਮੇਟ ਜਿਹੜੀ ਇਕਨੋਮਿਕ ਸਟੇਟਮੈਂਟ ਆ ਉਹਨੂੰ ਦੇਖਦੇ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ, 44% ਜਿਹੜੇ ਐਲੀਜੀਬਲ ਸੀਗੇ ਇੱਕ ਟਾਈਮ ਦੀ ਟੌਪ ਅਪ ਦੇ ਲਈ ਕੈਨੇਡਾ ਹਾਊਸਿੰਗ ਬੈਨੀਫਿਟ ਦੇ ਲਈ, 44% ਨੂੰ ਸਿਰਫ ਮਿਲਿਆ 100 ਦੇ ਵਿੱਚੋਂ। ਜਿਹੜਾ ਮਤਲਬ ਅੱਧੇ ਸਿਰਫ ਹੈਗੇ ਆ ਉਹਨਾਂ ਨੂੰ ਕੈਨੇਡਾ ਡੈਂਟਲ ਬੈਨੀਫਿਟ ਮਿਲਿਆ। ਇਹ ਹੁਣ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਵੀ ਮਿਲ ਸਾਰਿਆਂ ਨੂੰ ਸਕਦਾ ਸੀ ਪਰ ਮਿਲਿਆ ਨਹੀਂ। ਕਾਰਨ ਕੀ ਹੈ ਇਹਦਾ? ਕਿ ਜਿਹੜਾ ਅੱਗੇ ਤੋਂ ਉਹ ਕਹਿੰਦੇ ਜੋ ਕੁਝ ਵੀ ਕਰਨਾ ਆ ਉਹਦੇ ਵਿੱਚ ਸਾਨੂੰ ਦੇਖਣਾ ਪਊਗਾ ਵੀ ਇਹ ਟੇਕ ਅਪ ਇੰਨਾ ਲੋ ਕਿਉਂ ਰਿਹਾ। ਹਾਊਸਿੰਗ ਬੈਨੀਫਿਟ ਕੀ ਸੀਗਾ? $500 ਲੋ ਇਨਕਮ ਰੈਂਟਰਸ, ਜਿਹੜਾ ਕਿਰਾਏ ਤੇ ਬੰਦਾ ਰਹਿੰਦਾ ਉਹਨੂੰ $500 ਇੱਕ ਵਾਰੀ ਦਿੱਤਾ ਜਾਂਦਾ ਸੀ। 31 ਮਾਰਚ ਤੱਕ ਐਪਲੀਕੇਸ਼ਨ ਲੈਣੀਆਂ ਸੀ। ਹੁਣ ਸਰਕਾਰ ਨੂੰ ਤਾਂ ਪਤਾ ਨਾ ਕਿਹੜਾ ਕਿਹੜਾ ਬੰਦਾ ਐਲੀਜੀਬਲ ਆ, ਕਿਹੜਾ ਕਿਹੜਾ ਕਿੰਨਾ ਟੈਕਸ ਪੇ ਕਰਦਾ, ਲੋਕਾਂ ਨੇ ਭਰਿਆ ਹੀ ਨਹੀਂ। ਫੈਡਰਲ ਡੈਂਟਲ ਬੈਨੀਫਿਟ ਜਿਹੜਾ ਫਾਲ ਦੇ ਵਿੱਚ ਰੋਲ ਆਊਟ ਕੀਤਾ ਗਿਆ ਸੀ, $650 ਪਰ ਚਾਈਲਡ 12 ਸਾਲ ਤੋਂ ਥੱਲੇ ਡੈਂਟਲ ਕੇਅਰ ਦਿੱਤੀ ਜਾਣੀ ਸੀ। ਪਹਿਲਾ ਸਟੈਪ ਜਿਹੜਾ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ ਕ੍ਰੀਏਟ ਕਰਨਾ ਸੀ, ਜਿਹੜਾ ਲਿਬਰਲ ਦਾ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਹੋਇਆ ਸੀ ਐਨਡੀਪੀ ਦੇ ਨਾਲ, ਉਹਦੀ ਇਹ ਪਹਿਲੀ ਜਿਹੜੀ ਚੀਜ਼ ਸੀਗੀ $650 ਪਰ ਚਾਈਲਡ 12 ਸਾਲ ਤੋਂ ਥੱਲੇ ਜਿਹਦੀ ਉਮਰ ਆ। ਹੁਣ ਇਹ ਸਾਰੇ ਦੇ ਵਿੱਚ ਵੀ ਫੈਡਰਲ ਸਰਕਾਰ ਨੇ ਬੈਨੀਫਿਟ ਆਮ ਤੌਰ 'ਤੇ ਸਿੱਧਾ ਇਹ ਹੋ ਜਾਂਦਾ ਕਿ CRA ਦੇ ਥਰੂ ਜਾਂ ਲੋਕਾਂ ਨੂੰ ਸਿੱਧਾ ਪੈਸਾ ਚਲਿਆ ਜਾਂਦਾ ਆ, ਪਰ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਵੀ ਚੇਂਜ ਕਰਨ ਦੀ ਲੋੜ ਆ। ਜਿਹੜੇ ਫੈਕਟਰਸ ਬਹੁਤ ਸਾਰੇ ਨੇ। ਇੱਕ ਤਾਂ ਇਨਵੇਸਿਵ ਐਪਲੀਕੇਸ਼ਨ ਪ੍ਰੋਸੈਸ ਦੱਸਿਆ ਜਾ ਰਿਹਾ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਪ੍ਰੋਗਰਾਮ ਦੇ ਮੁਕਾਬਲੇ ਦੇ ਵਿੱਚ ਅਪਲਾਈ ਕਰਨਾ ਹੀ ਬਹੁਤ ਟੇਢਾ ਆ। ਹਾਊਸਿੰਗ ਬੈਨੀਫਿਟ ਫੋਰ ਐਗਜ਼ਾਮਪਲ, ਉਹ ਐਪਲੀਕੇਸ਼ਨ ਸਬਮਿਟ ਕਰਨ ਦੇ ਲਈ ਦੱਸਦਾ ਕਿ ਰੈਂਟ ਰਸੀਟਸ ਦਿਓ ਜਾਂ ਲੈਟਰ ਦਿਓ ਲੈਂਡਲੋਰਡ ਤੋਂ। ਹੁਣ ਲੋਕ ਰਸੀਦਾਂ ਕਿੱਥੋਂ ਸਾਂਭਦੇ ਕਿਰਾਏ ਦੀਆਂ, ਜਾਂ ਲੈਂਡਲੋਰਡ ਤੋਂ ਕਿੱਥੋਂ ਲੈਂਦੇ ਆ? ਉਹ ਪ੍ਰੋਸੈਸ ਕਿਤੇ ਨਾ ਕਿਤੇ ਸੌਖਾ ਕੀਤਾ ਜਾਣਾ ਚਾਹੀਦਾ ਸੀ। ਇਹ ਵੀ ਕਿਹਾ ਗਿਆ ਕਿ ਫੈਡਰਲ ਸਰਕਾਰ ਨੂੰ ਜਿਹੜੀਆਂ ਅਪਲਾਈ ਕਰਨ ਦੀ ਰਿਕੁਆਇਰਮੈਂਟ ਹਟਾ ਦੇਣੀ ਚਾਹੀਦੀ ਸੀ, ਕਿ ਜਾਂ ਜਿਹੜਾ ਉਹਨਾਂ ਨੂੰ ਜਾਂ ਲੋਕਾਂ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਦੱਸਿਆ ਜਾਵੇ। ਲੋਕਾਂ ਤੱਕ ਗੱਲ ਹੀ ਨਹੀਂ ਪਹੁੰਚੀ ਸਾਰਿਆਂ ਤੱਕ। ਹੁਣ ਈਮੇਲ ਕਰ ਸਕਦੇ ਸੀ ਕੁਛ ਇਨਕਮ ਥ੍ਰੈਸ਼ਹੋਲਡ ਵਾਲਿਆਂ ਨੂੰ ਕਿ ਦੇਖੋ ਜੀ ਤੁਸੀਂ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਆ ਅਤੇ ਤੁਸੀਂ ਆਪਣਾ ਇੱਦਾਂ ਕਰਕੇ ਲੈ ਲਓ। ਹੁਣ ਇਹ ਜਿਹੜੀ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਆ, ਉਹਨਾਂ ਨੇ ਇਹ ਵੀ ਕਿਹਾ ਕਿ CRA ਨੇ ਇੱਕ ਕਮਿਊਨੀਕੇਸ਼ਨ ਜਾਂ ਜਿਹੜੀਆਂ ਆਊਟਰੀਚ ਐਕਟੀਵਿਟੀਜ਼ ਵੀ ਲਾਂਚ ਕੀਤੀਆਂ ਸੀ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਕਿੰਨੇ ਕੁ ਲੋਕ ਇਹਦੇ ਲਈ ਐਲੀਜੀਬਲ ਨੇ। ਪਰ ਕੋਈ ਵੀ ਕਾਰਨ ਰਿਹਾ ਹੋਵੇ, ਇਹ ਸਾਰਿਆਂ ਨੂੰ ਇਹਦਾ ਫਾਇਦਾ ਮਿਲਿਆ ਨਹੀਂ। ਟੇਕਅਪ ਬਹੁਤ ਘੱਟ ਰਹੀ ਆ। ਫੈਡਰਲ ਸਰਕਾਰ ਨੇ ਮਤਲਬ ਬਹੁਤ ਘੱਟ ਸਪੈਂਡ ਕੀਤਾ ਜਿੰਨਾ ਕਰਨਾ ਚਾਹੀਦਾ ਸੀ। ਸੋ ਇਹਦੇ ਵਿੱਚ ਹੁਣ ਦੁਬਾਰਾ ਗੱਲਬਾਤ ਜਿਹੜੀ ਚੱਲ ਰਹੀ ਹੈ ਕਿ ਹੁਣ ਕੀ ਹੋਊਗਾ। ਜਿਹੜਾ ਡੈਂਟਲ ਬੈਨੀਫਿਟ ਸੀਗਾ, ਅੰਦਾਜ਼ਾ ਲਾਇਆ ਗਿਆ ਸੀ ਕਿ $352 ਮਿਲੀਅਨ 2022 ਤੇ 2023 ਦੇ ਈਅਰਲੀ ਹੈਗਾ, ਪਰ ਸਿਰਫ $155 ਮਿਲੀਅਨ ਹੀ ਜਿਹੜਾ ਡਿਸਬਰਸ ਕੀਤਾ ਗਿਆ ਆ, ਬਾਕੀ ਹੋਇਆ ਹੀ ਨਹੀਂ। ਔਰ ਜਿਹੜਾ ਲਗਭਗ 44% ਹੀ ਸਿਰਫ ਹੈਗਾ ਵੀ ਸਰਕਾਰ $352 ਬਿਲੀਅਨ ਪਾਸੇ ਰੱਖੀ, ਮਿਲੀਅਨ ਡਾਲਰ ਮਾਫੀ ਚਾਹੁੰਦੇ ਆ, $352 ਮਿਲੀਅਨ ਪਾਸੇ ਰੱਖੀ ਬੈਠੀ ਆ ਵੀ ਆ ਲੋਕਾਂ ਨੂੰ ਦੇਣਾ, ਤੇ ਇੰਨੇ ਕੁ ਲੋਕ ਐਲੀਜੀਬਲ ਆ, ਪਰ ਉਹਨਾਂ ਦੇ ਵਿੱਚੋਂ ਸਿਰਫ $156.3 ਮਿਲੀਅਨ ਜਿਹੜੀ ਕਿ 44% ਹੀ ਦਿੱਤਾ ਗਿਆ। ਫੈਡਰਲ ਸਰਕਾਰ ਇਹ ਵੀ ਅੰਦਾਜ਼ਾ ਲਾ ਰਹੀ ਆ ਕਿ 500,000 ਜਿਹੜੇ ਬੱਚੇ ਆ ਉਹਨਾਂ ਨੂੰ ਬੈਨੀਫਿਟ ਹੋਊਗਾ ਇਸ ਸਪੋਰਟ ਤੋਂ, ਜਿਹੜੀ ਦੋ ਪੀਰੀਅਡਸ ਦੇ ਵਿੱਚ ਜੂਨ 30, 2024 ਤੱਕ ਅਵੇਲੇਬਲ ਹੋਣੀ ਆ। ਸੋ ਫੈਡਰਲ ਸਰਕਾਰ ਨੇ ਜਿਹੜਾ ਦੋਵਾਂ ਨੂੰ ਐਡਵਰਟਾਈਜ਼ ਕੀਤਾ ਆ ਅਫੋਰਡੇਬਿਲਟੀ ਪਲਾਨ ਜਾਂ ਪਲਾਨ ਦੇ ਤਹਿਤ। ਹੁਣ ਦੇਖੋ ਉਹ ਫਾਇਦਾ ਜਿਹੜਾ ਕਿੰਨੇ ਕੁ ਲੋਕਾਂ ਨੂੰ ਹੁੰਦਾ ਹੈ, ਪਰ ਇਸ ਮਾਮਲੇ ਦੇ ਵਿੱਚ ਉਨਾ ਜ਼ਿਆਦਾ ਲੋਕਾਂ ਨੂੰ ਫਾਇਦਾ ਹੋ ਨਹੀਂ ਸਕਿਆ ਜਿੰਨਾ ਜ਼ਿਆਦਾ ਹੋਣਾ ਚਾਹੀਦਾ ਸੀ। ਅਗਲੀ ਗੱਲਬਾਤ ਦੋਸਤੋ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਆ। ਐਲਨ ਮਸਕ ਬਿਲੀਅਨਰ ਨੇ, ਟਵਿੱਟਰ ਦੇ ਮਾਲਕ ਨੇ, ਟੈਸਲਾ ਦੇ ਮਾਲਕ ਨੇ, ਉਹਨਾਂ ਨੇ ਇੱਕ ਵਾਰਨਿੰਗ ਬੈਲ ਕਹਿ ਦਿੱਤੀ ਹੈ, ਜਾਂ ਇੱਦਾਂ ਕਹਿ ਲਓ ਵੀ ਬੜਾ ਖਤਰਨਾਕ ਜੀ ਸਟੇਟਮੈਂਟ ਦਿੱਤੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ। ਇਹ ਕਿਹਾ ਵੀ ਜਿਹੜਾ ਇਹ ਚੈਟਬੋਟ ਹੈਗੇ ਆ ਇਹ ਲਿਬਰਲ ਬਾਇਸਡ ਨੇ।
ਤੇ ਇਹਨੂੰ ਕਾਊਂਟਰ ਕਰਨ ਦੇ ਲਈ ਉਹ ਕਹਿੰਦੇ ਵੀ ਆਪਣਾ ਮੈਂ ਆਰਟੀਫਿਸ਼ੀਅਲ ਇੰਟੈਲੀਜੈਂਸ ਲੈ ਕੇ ਆਉਣਾ। ਐਲਨ ਮਸਕ ਨੇ ਜਿਹੜੇ ਬੜੇ ਅਜੀਬ ਕਿਸਮ ਦੇ ਇਹ ਮੰਨੇ ਜਾਂਦੇ ਆ ਵੀ ਕਿਸੇ ਵੇਲੇ ਟਵਿੱਟਰ ਦੇ ਉੱਤੇ ਸੀਗੇ ਤੇ ਇਹਨਾਂ ਨੇ ਟਵਿੱਟਰ ਦਾ ਸਾਰਾ ਹੀ ਖਰੀਦ ਲਿਆ ਸੀ। ਹੁਣ ਇਹ ਕਹਿੰਦੇ ਆ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਹ ਚੈਟ ਬੋਰਡ ਨੇ ਇਹਦੇ ਮੁਕਾਬਲੇ ਦੇ ਵਿੱਚ ਮੈਂ ਲੈ ਕੇ ਆਉਣਾ ਕਿਉਂਕਿ ਉਹ ਠੀਕ ਨਹੀਂ ਹੈ। ਟੱਕਰ ਕਾਰਲਸਨ ਬਹੁਤ ਵੱਡਾ ਨਿਊਜ਼ ਹੋਸਟ ਆ ਫੌਕਸ ਨਿਊਜ਼ ਦਾ, ਉਹਨਾਂ ਦਾ ਸੈਗਮੈਂਟ ਕੱਲ੍ਹ ਰਾਤੀ ਜਿਹੜਾ ਮੰਡੇ ਨਾਈਟ ਨੂੰ ਹੋਇਆ ਉਹਦੇ ਵਿੱਚ ਇਹਨਾਂ ਨੂੰ ਇੰਟਰਵਿਊ ਕੀਤਾ ਗਿਆ ਐਲਨ ਮਸਕ ਨੂੰ, ਤੇ ਉਹਦੇ ਵਿੱਚ ਇਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟ ਬੋਰਡਸ ਬਾਰੇ ਗੱਲਬਾਤ ਕੀਤੀ। ਤੇ ਜਿਹੜਾ ਇਹ ਕਹਿੰਦੇ ਮੈਂ ਲੈ ਕੇ ਆਉਣਾ ਉਹਨੂੰ ਇਹਨਾਂ ਨੇ ਕਿਹਾ ਟਰੁਥ GPT, ਤੇ ਜਿਹੜਾ ਉਹ ਕਹਿੰਦੇ ਮੈਕਸੀਮਮ ਮਤਲਬ ਉਹਦੇ ਵਿੱਚ ਸੱਚਾਈ ਹੋਊਗੀ ਤੇ ਉਹ ਸਮਝੂਗਾ ਇਸ ਪੂਰੇ ਯੂਨੀਵਰਸ ਦੀ ਨੇਚਰ ਨੂੰ। ਚੈਟ GPT ਤੁਹਾਨੂੰ ਪਤਾ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਇਹੋ ਜਿਹਾ ਜਿਹਨੇ ਪੂਰੀ ਦੁਨੀਆ ਨੂੰ ਇਸ ਵੇਲੇ ਹਿਲਾਇਆ ਪਿਆ ਆ ਕਿ ਕੰਪਿਊਟਰ ਦੇ ਉੱਤੇ ਤੁਸੀਂ ਕੋਈ ਵੀ ਸਵਾਲ ਲਿਖ ਦਿਓ ਉਹ ਤੁਹਾਡਾ ਉਸ ਵੇਲੇ ਜਵਾਬ ਲੈ ਕੇ ਆ ਜਾਂਦਾ। ਕੁਛ ਵੀ ਲਿਖ ਦਿਓ, ਉਹਦੇ ਕੋਲ ਕੁਛ ਵੀ ਕਰ ਲਓ। ਮਤਲਬ ਇੱਕ ਕੰਪਿਊਟਰ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਇਹੋ ਜਿਹੀ ਬਣਾ ਦਿੱਤੀ ਆ ਕਿ ਤੁਸੀਂ ਉਹਦੇ ਨਾਲ ਗੱਲਬਾਤ ਕਰਕੇ ਉਹਦੇ ਉੱਤੇ ਲਿਖ ਕੇ ਉਹਦੇ ਨਾਲ ਗੱਲਬਾਤ ਕਰ ਸਕਦੇ ਆ, ਲਿਖਤੀ ਗੱਲਬਾਤ ਕਰ ਸਕਦੇ ਆ, ਸਵਾਲ ਜਵਾਬ, ਹੋਰ ਸਵਾਲ, ਕੁਛ ਵੀ ਦੁਨੀਆ ਦੀ ਚੀਜ਼ ਤੁਸੀਂ ਮਤਲਬ ਕੁਛ ਵੀ ਬਣਾਉਣ ਤੋਂ ਲੈ ਕੇ ਚਾਹ ਬਣਾਉਣ ਤੋਂ ਲੈ ਕੇ ਘਰ ਬਣਾਉਣਾ, ਚਾਹੇ ਕੋਈ ਮਤਲਬ ਜਹਾਜ਼ ਬਣਾਉਣਾ, ਉੱਥੇ ਤੱਕ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਉਸੇ ਵੇਲੇ ਦੇ ਦਿੰਦਾ। ਇਹ ਉਹਦੇ ਉੱਤੇ ਹੁਣ ਇਹ ਕਹਿੰਦੇ ਵੀ ਐਲਨ ਮਸਕ ਕਹਿੰਦੇ ਉਹ ਠੀਕ ਨਹੀਂ ਆ। ਉਹਦਾ ਨਾਂ ਚੈਟ GPT ਆ, GPT CHAT GPT। ਇਹ ਕਹਿੰਦੇ ਜੋ ਕੁਛ ਮੈਂ ਲੈ ਕੇ ਆਉਣਾ ਉਹਦਾ ਨਾਂ ਹੋਣਾ ਟਰੁਥ GPT। ਨਾ ਉਹਨਾਂ ਨੇ ਕਿਹਾ ਕਿ ਟਰੁਥ GPT ਹੋਊਗਾ ਜਿਹੜਾ ਕਿ ਬਿਲਕੁਲ ਸਹੀ ਹੋਊਗਾ। ਉਹ ਕਹਿੰਦੇ ਵੀ ਜਿਹੜਾ ਚੈਟ GPT ਆ ਇਹ ਪੋਲੀਟੀਕਲੀ ਕਰੈਕਟ ਨਹੀਂ ਆ, ਕਿ ਥੋੜ੍ਹਾ ਜਿਹਾ ਇੱਕ ਹੋਰ ਪਾਸੇ ਨੂੰ ਝੁਕਦਾ ਆ। ਜਿਹੜੀ ਕਾਰਲਸਨ ਦੇ ਨਾਲ ਇਹਨਾਂ ਦੀ 2 ਪਾਰਟ ਦੇ ਵਿੱਚ ਇੰਟਰਵਿਊ ਸੀ। ਪਹਿਲੇ ਪਾਰਟ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਰੈਗੂਲੇਸ਼ਨਸ ਬਾਰੇ ਵੀ ਗੱਲ ਕੀਤੀ ਆ, ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਖਤਰਨਾਕ ਬਹੁਤ ਆ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ ਕਾਰਾਂ ਰੌਕਟਸ ਨਾਲੋਂ ਵੀ ਜ਼ਿਆਦਾ ਖਤਰਨਾਕ ਆ ਤੇ ਹਿਊਮੈਨਿਟੀ ਨੂੰ ਬਹੁਤ ਸੌਖਿਆਂ ਡਿਸਟਰੋਏ ਕਰ ਸਕਦੀ ਹੈ। ਦੂਜੇ ਪਾਸੇ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਨਵਾਂ ਬਿਜ਼ਨਸ ਆ ਜਿਹਦੇ ਵਿੱਚ ਉਹਨਾਂ ਨੇ ਇਹਨੂੰ ਲੈ ਕੇ ਆਉਣਾ ਆ ਉਹਦੇ ਤਹਿਤ, ਔਰ ਪਹਿਲਾਂ ਸ਼ੁਰੂ ਦੇ ਵਿੱਚ ਜਿਹੜੇ ਐਲਨ ਮਸਕ ਸੀ ਇਹ ਬਹੁਤ ਨੇੜਿਓਂ ਇਨਵੋਲਵ ਰਹੇ ਆ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਡਿਵੈਲਪ ਕਰਨ ਦੇ ਵਿੱਚ। ਜਿਹੜੇ ਲੀਡਰ ਸੀਗੇ ਪਹਿਲਾਂ ਚਾਹੇ ਮਾਰਕ ਜ਼ਕਰਬਰਗ ਜਾਂ ਬਿਲ ਗੇਟਸ, ਉਹਨਾਂ ਦੇ ਨਾਲ ਬੜਾ ਇਹਨਾਂ ਦਾ ਮਤਲਬ ਕਾਫੀ ਜਿਹੜੇ ਅਰਲੀ ਇਨਵੈਸਟਰ ਸੀਗੇ ਓਪਨ AI ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਐਲਨ ਮਸਕ ਸੀਗੇ। ਜਿਹੜੇ ਚੈਟ GPT ਜਿਹੜੀ ਓਪਨ AI ਵੈਬਸਾਈਟ ਦਾ ਪ੍ਰੋਗਰਾਮ ਆ, ਔਰ ਕੋ-ਚੇਅਰ ਕੀਤਾ ਇਹਨਾਂ ਨੇ ਬੋਰਡ ਨੂੰ 2015 ਤੱਕ। ਜਿਹੜੀ ਨਾਨ ਪ੍ਰੋਫਿਟ AI ਰਿਸਰਚ ਲੈਬ ਐਸਟੈਬਲਿਸ਼ ਕਰਨ ਦੇ ਵਿੱਚ ਇਹਨਾਂ ਦਾ ਕਾਫੀ ਵੱਡੀ ਇਨਵੈਸਟਮੈਂਟ ਦੱਸੀ ਗਈ ਹੈ। ਪਰ ਉਸ ਤੋਂ ਬਾਅਦ ਜਿਹੜੇ ਐਲਨ ਮਸਕ ਸੀਗੇ ਕੁਛ ਸਾਲ ਉੱਥੇ ਰਹੇ, ਉਹਦੇ ਤੋਂ ਬਾਅਦ ਬੋਰਡ ਤੋਂ ਰਿਜ਼ਾਈਨ ਕਰ ਦਿੱਤਾ। 18 ਦੇ ਵਿੱਚ ਇਹ ਸੈਨ ਫਰਾਂਸਿਸਕੋ ਇੱਧਰ ਆ ਕੇ ਤੇ ਇਹਨਾਂ ਨੇ ਟੈਸਲਾ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਟੈਸਲਾ ਆ ਉਹ ਜ਼ਿਆਦਾ ਫੋਕਸ ਕਰੀ ਗਿਆ। ਇਹ ਟੈਸਲਾ ਵੀ ਸਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਫੋਕਸ ਕਰਦੀ ਹੈ, ਤੇ ਇੱਧਰਲੇ ਪਾਸੇ ਇਹਨਾਂ ਦਾ ਧਿਆਨ ਜ਼ਿਆਦਾ ਚਲੇਗਾ ਤੇ ਉੱਧਰਲੇ ਪਾਸਿਓਂ ਪਿੱਛੇ ਹੋ ਗਏ। ਤੇ ਹੁਣ ਇਹਨਾਂ ਨੇ ਐਲਾਨ ਫੇਰ ਕਰ ਦਿੱਤਾ ਵੀ ਮੈਂ ਦੁਬਾਰਾ ਉੱਧਰਲੇ ਪਾਸੇ ਆ ਰਿਹਾ, ਤੇ ਇਹਦੇ ਵਿੱਚ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਇਹਦੇ ਵਿੱਚ ਕੁਛ ਵੱਡਾ ਇਹ ਕਰਨਗੇ। ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਇਸ ਵੇਲੇ ਜ਼ਿਆਦਾ ਫੋਕਸ ਕਰਨਾ ਉਹਨਾਂ ਨੂੰ ਜਿਹੜੀਆਂ ਟੈਸਲਾ ਦੀਆਂ ਇੰਜੀਨੀਅਰਿੰਗ ਦੀਆਂ ਪ੍ਰੋਬਲਮ ਦੇ ਉੱਤੇ ਵੀ ਫੋਕਸ ਕਰਨਾ ਪਿਆ, ਤੇ ਹੁਣ ਇੱਧਰਲੇ ਪਾਸੇ ਉਹ ਕਹਿੰਦੇ ਅਸੀਂ ਫੋਕਸ ਕਰ ਰਹੇ ਹਾਂ, ਤੇ ਸਾਰੀ ਦੀ ਸਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਇੱਕ ਨਵੀਂ ਚੀਜ਼ ਸਾਡੇ ਸਾਹਮਣੇ ਆਊਗੀ। ਕਿਉਂਕਿ ਐਲਨ ਮਸਕ ਬਹੁਤ ਵੱਡਾ ਨਾਂ ਆ, ਤੇ ਹੁਣ ਚੈਟ GPT ਇਸ ਵੇਲੇ ਜਿਹਦੇ ਵਿੱਚ ਕਿ ਹੈ ਨਹੀਂ ਗੇ ਸਭ ਤੋਂ ਪੋਪੂਲਰ ਓਪਨ AI ਇਹ ਚੈਟ ਬੋਰਡ ਆ। ਬਾਕੀ ਕੰਪਨੀਆਂ ਨੇ ਵੀ ਲੈ ਕੇ ਆਂਦਾ, ਪਰ ਉਹਨੇ ਪੋਪੂਲਰ ਨਹੀਂ ਹੋਏ ਜਿੰਨਾ ਇਹ ਪੋਪੂਲਰ ਹੋਇਆ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਐਲਨ ਮਸਕ ਕੀ ਸੱਚਮੁੱਚ ਟਰੁਥ GPT ਲੈ ਕੇ ਆਉਂਦੇ ਆ, ਤੇ ਉਹ ਚੈਟ GPT ਨਾਲੋਂ ਕਿਸ ਤਰੀਕੇ ਦੇ ਨਾਲ ਵੱਖਰਾ ਹੁੰਦਾ। ਜਾਂਦੇ ਜਾਂਦੇ ਇੱਕ ਗੱਲਬਾਤ ਕੈਨੇਡੀਅਨ ਰੈਵਨਿਊ ਏਜੰਸੀ CRA ਬਾਰੇ ਆ। ਜਿਹੜੇ ਗਰੋਸਰੀ ਰਿਬੇਟ ਸਕੈਮ ਇਸ ਵੇਲੇ ਸਾਰੇ ਚੱਲ ਰਿਹਾ, ਉਹ ਤੋਂ ਬਚ ਕੇ ਰਹੋ। ਟੈਕਸਟ ਜਾਂ ਈਮੇਲ ਆ ਰਹੇ ਆ ਲੋਕਾਂ ਨੂੰ ਜਿਹਦੇ ਉੱਤੇ ਕਿਹਾ ਜਾ ਰਿਹਾ ਕਿ ਤੁਸੀਂ ਜੀ ਪੇਮੈਂਟ ਲਾਓ ਆਪਣੀ ਤੇ ਫਾਰਮ ਭਰ ਦਿਓ। CRA ਕਹਿ ਰਿਹਾ ਉਹ ਫਾਰਮ ਨਾ ਭਰੋ, ਉਹ ਫਰਾਡ ਆ, ਉਹ ਸਕੈਮ ਆ। ਮਤਲਬ ਜਿਹਦੇ ਵਿੱਚ ਸਕੈਮਰ ਫਰੇਜ਼ ਯੂਜ਼ ਕਰ ਰਹੇ ਆ ਕਿ ਤੁਸੀਂ ਆਪਣੀ ਪੇਮੈਂਟ ਲੈਣ ਦੇ ਲਈ ਫਲਾਣੇ ਲਿੰਕ ਦੇ ਉੱਤੇ ਕਲਿੱਕ ਕਰਕੇ ਤੇ ਇਸ ਫਾਰਮ ਨੂੰ ਕੰਪਲੀਟ ਕਰੋ। CRA ਕਹਿ ਰਿਹਾ ਵੀ ਇਹ ਫੇਕ ਆ, ਇਹਨੂੰ ਨਾ ਕੀਤਾ ਜਾਵੇ। ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਆ ਕਿ ਜਿਹੜਾ ਇਹ ਨੋਟੀਫਿਕੇਸ਼ਨ ਆ ਇਹ ਤੋਂ ਪਰੇ ਰਹੋ, ਇਹਨੂੰ ਨਾ ਛੇੜੋ। ਉਹਨਾਂ ਨੇ ਇੱਕ ਟਵੀਟ ਵੀ ਕੀਤਾ ਕਿ ਗਰੋਸਰੀ ਰਿਬੇਟ ਜਿਹੜਾ ਉਹ ਡਿਲੀਵਰ ਕੀਤਾ ਜਾਊਗਾ ਜਦੋਂ ਇਹ ਲੈਜਿਸਲੇਸ਼ਨ ਦੇ ਵਿੱਚ ਸਾਰਾ ਪਾਸ ਹੋ ਗਿਆ। ਇੱਕ ਟਾਈਮ ਦਾ ਇਹ ਗਰੋਸਰੀ ਰਿਬੇਟ ਹੋਣਾ ਹੈ ਜਿਹੜਾ ਪ੍ਰਪੋਜ਼ ਕੀਤਾ ਗਿਆ
ਇਸ ਸਾਲ ਦੇ ਫੈਡਰਲ ਬਜਟ ਦੇ ਵਿੱਚ, ਜਿਹਦੇ ਨਾਲ ਥੋੜ੍ਹੀ ਜਿਹੀ ਮਹਿੰਗਾਈ ਤੋਂ ਰਾਹਤ ਮਿਲੂਗੀ। ਬੈਨੀਫਿਟ ਸਿੱਧੇ ਦਿੱਤੇ ਜਾਣਗੇ GST ਰਿਬੇਟ ਸਿਸਟਮ ਦੇ ਥਰੂ। ਜੇ ਬਿੱਲ ਇੰਪਲੀਮੈਂਟ ਹੋ ਗਿਆ ਤੇ ਪਾਸ ਹੋ ਗਿਆ ਹਾਊਸ ਆਫ ਕਾਮਨਸ ਦੇ ਵਿੱਚ, ਪ੍ਰਪੋਜ਼ਲ ਇਹ ਆ ਕਿ ਜਿਹਦੇ ਵਿੱਚ ਵਨ ਟਾਈਮ ਗਰੋਸਰੀ ਰਿਬੇਟ ਹੋਊਗਾ, ਜਿਹੜਾ $2.5 ਬਿਲੀਅਨ 11 ਮਿਲੀਅਨ ਲੋਅ ਤੇ ਜਿਹੜੇ ਮਿਡਲ ਇਨਕਮ ਕੈਨੇਡੀਅਨਸ ਨੇ ਉਹਨਾਂ ਨੂੰ ਮਿਲਿਆ ਜਾਣਾ। ਜਿਹੜਾ ਐਲੀਜੀਬਲ ਕਪਲ ਹੋਊਗਾ 2 ਜਣੇ ਬੱਚਿਆਂ ਦੇ ਨਾਲ, ਉਹਨਾਂ ਨੂੰ $467 ਮਿਲਣਗੇ, ਤੇ ਇੱਕ ਜਿਹੜਾ ਸਿੰਗਲ ਕੈਨੇਡੀਅਨ ਹੋਊਗਾ ਬਿਨਾਂ ਕਿਸੇ ਬੱਚੇ ਤੋਂ, ਉਹਨੂੰ $234 ਮਿਲਣੇ ਆ, ਤੇ ਸੀਨੀਅਰਸ ਨੂੰ $225 ਤੱਕ ਮਿਲਣੇ ਆ। ਪਰ ਇਹਦੇ ਕਰਕੇ ਜਿਹੜੇ ਤੁਹਾਨੂੰ ਮੈਸੇਜ ਜਾਂ ਈਮੇਲਾਂ ਆਉਂਦੀਆਂ ਉਹਨਾਂ ਤੇ ਕਲਿੱਕ ਨਾ ਕਰੋ, ਇਹ ਸਿੱਧੇ ਤੁਹਾਨੂੰ ਜਿਹੜਾ ਤੁਹਾਡੇ ਖਾਤੇ ਦੇ ਵਿੱਚ ਆ ਜਾਣੇ ਆ। ਜਿਹੜਾ ਕੈਨੇਡੀਅਨ ਐਂਟੀ ਫਰਾਡ ਸੈਂਟਰ ਆ, ਉਹਨਾਂ ਦੇ ਕਹਿਣ ਦੇ ਅਨੁਸਾਰ 6610 ਰਿਪੋਰਟਸ ਇਸ ਫਰਾਡ ਦੀਆਂ ਆਈਆਂ। 3923 ਵਿਕਟਮ ਫਰਾਡ ਦੇ ਇਕੱਲੇ ਜਨਵਰੀ ਦੇ ਵਿੱਚ ਸੀਗੇ। ਤੇ ਇਸ ਸਕੈਮ ਦੇ ਵਿੱਚ ਜੇ ਤੁਸੀਂ ਕਿਤੇ ਇਹਦੇ ਵਿੱਚ ਫਸ ਜਾਂਦੇ ਹੋ ਤਾਂ ਜਿਹੜਾ ਐਂਟੀ ਫਰਾਡ ਸੈਂਟਰਸ ਨੇ ਉਹਨਾਂ ਦਾ ਟੋਲ ਫਰੀ ਨੰਬਰ ਆ 1888-495-8501, ਜਾਂ ਤੁਸੀਂ ਇਹਨਾਂ ਦਾ ਜਿਹੜਾ ਫਰਾਡ ਰਿਪੋਰਟਿੰਗ ਸਿਸਟਮ ਆ ਉਹਦੇ ਤਹਿਤ ਵੀ ਰਿਪੋਰਟ ਕਰ ਸਕਦੇ ਹੋ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਨੂੰ ਆਪਾਂ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੀ ਕੁਝ ਨਵੇਂ ਮੁੱਦਿਆਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।